ਸ਼ਲੋਕ। ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ, ਰਹਿਬਰ ਕਾਮਲ ਅਕਮਲ ਸਤਿਗੁਰੂ, ਅੰਮ੍ਰਿਤ ਦੇ ਮੁਜੱਸ਼ਮੇ, ਵਾਲੀਏ ਕੁਲ ਬਹਿਲ ਸਤਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਚਰਨਾਂ ਦੇ ਵਿੱਚ ਆਪ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਸਤਿਗੁਰੂ ਜੀ ਦੇ ਚਰਨਾਂ 'ਚ ਨਤਮਸਤਕ ਹੋ ਰਹੇ ਹੋ। ਗਰੀਬ ਨਵਾਜ ਜੀ ਦਾ ਸ੍ਰੀ ਮੁਖ ਵਾਕ, ਜੋ ਕਿ ਜੈਤਸਰੀ ਕੀ ਵਾਰ ਮਹੱਲਾ 5ਵਾਂ ਦੇ ਸਰਲੇਖ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਅੰਗ 705 ਤੋਂ ਆਰੰਭ ਹੁੰਦੀ ਹੈ। ਇਸ ਵਾਰ ਦਾ ਇਹ ਸ੍ਰੀ ਮੁਖ ਵਾਕ ਹੈ। ਅਸੀਂ ਇੱਕ ਸ਼ਬਦ ਅਕਸਰ ਹੀ ਸੁਣਦੇ ਹਾਂ ਕਿ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈੜ ਪਰੀਜੈ ਜੀਓ। ਸੰਗਤ ਬੜੇ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ। ਜਦੋਂ ਕਿਸੇ ਮਨੁੱਖ ਨੂੰ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਵੇ, ਜਾਂ ਸਤ ਸੰਗਤ ਕਰਨ ਦੀ ਅੰਦਰ ਚਾਹਤ ਪੈਦਾ ਹੋਵੇ, ਮਨ 'ਚ ਖਿਆਲ ਆਵੇ ਮਨਾਂ ਗੁਰੂ ਘਰ ਜਾਣਾ ਚਾਹੀਦਾ ਹੈ, ਪਾਠ ਕਰਨਾ ਚਾਹੀਦਾ ਹੈ, ਬਾਣੀ ਪੜ੍ਹਨੀ ਚਾਹੀਦੀ ਹੈ, ਸੇਵਾ ਕਰਨੀ ਚਾਹੀਦੀ ਹੈ। ਉਦੋਂ ਸਮਝ ਲੈਣਾ ਚਾਹੀਦਾ ਹੈ ਕਿ ਮੈਂ ਕਿਸੇ ਸਤਿਪੁਰਸ਼ ਦੀ ਸੰਗਤ ਕੀਤੀ ਹੈ, ਇਹ ਉਸ ਸੰਗਤ ਦਾ ਹੀ ਪ੍ਰਤਾਪ ਹੈ। ਕਿਉਂਕਿ ਕਬੀਰ ਜੀ ਕਹਿੰਦੇ ਨੇ, ਕਬੀਰ ਮਨ ਪੰਖੀ ਪਿਆ, ਉੱਡ ਉੱਡ ਦੈਦ ਸਜਾਏ, ਤੇ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਇਹ ਜਿਹੜਾ ਮਨ ਹੈ, ਇਹ ਸਤ ਸੰਗਤ 'ਚ ਬੈਠਿਆਂ ਤੋਂ ਉਡਾਰੀਆਂ ਮਾਰਦਾ ਹੈ। ਕਦੀ ਕਿੱਧਰ ਦੌੜ ਜਾਂਦਾ ਹੈ, ਕਦੀ ਕਿੱਧਰ ਦੌੜ ਜਾਂਦਾ ਹੈ, ਕਦੀ ਆਉਣ ਵਾਲੇ ਸਮੇਂ 'ਚ ਤੇ ਕਦੀ ਬੀਤ ਚੁੱਕੇ ਸਮੇਂ 'ਚ ਇਹ ਉਡਾਰੀਆਂ ਮਾਰਦਾ ਹੈ। ਕਦੀ ਸਰੀਰ ਦੀ ਘਟਦੀ ਹੋਈ ਸਮਰੱਥਾ ਦੇ ਪ੍ਰਤੀ ਚਿੰਤਾਤੁਰ ਹੋ ਜਾਂਦਾ ਹੈ, ਤੇ ਕਿਤੇ ਆਉਣ ਵਾਲੇ ਸਮੇਂ ਦੀ ਆਸ ਦੇ ਵਿੱਚ ਉਮਰਾਂ ਦੀ ਪਰਵਾਹ ਨਾ ਕਰਕੇ ਪ੍ਰਮਾਤਮਾ ਦੇ ਨਾਮ ਤੋਂ ਮੁਨਕਰ ਹੋਇਆ ਰਹਿੰਦਾ ਹੈ। ਪਰ ਜੇਕਰ ਮਨ ਦੇ ਅੰਦਰ ਖਿਆਲ ਬਣੇ ਬਾਣੀ ਪੜ੍ਹਨ ਦਾ, ਸਤ ਸੰਗਤ ਕਰਨ ਦਾ, ਤੇ ਸਮਝ ਲੈਣਾ ਚਾਹੀਦਾ ਹੈ ਕਿ ਮੈਂ ਕਿਸੇ ਸਤਿਪੁਰਸ਼ ਦੀ ਸੰਗਤ ਕੀਤੀ ਹੈ, ਇਹ ਉਹਦੀ ਸੰਗਤ ਦਾ ਹੀ ਪ੍ਰਤਾਪ ਹੈ। ਕਿਉਂਕਿ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਕੋਈ ਚੰਗੀ ਸੰਗਤ ਕਰਨ ਲੱਗ ਜਾਂਦਾ ਹੈ, ਉਹਦੇ ਵਿਚਾਰ ਅੱਛੇ ਹੋ ਜਾਂਦੇ ਨੇ, ਤੇ ਚੱਲ ਰਿਹਾ ਸਮਾਂ ਉਹ ਬੜਾ ਸੁਹਾਵਣਾ ਤੇ ਸਫਲ ਹੋ ਜਾਂਦਾ ਹੈ।
ਤੇ ਆਉਣ ਵਾਲੇ ਸਮੇਂ 'ਚ ਉਹਨੂੰ ਪ੍ਰਮਾਤਮਾ ਦੀ ਯਾਦ ਨਹੀਂ ਵਿਸਰਦੀ। ਵਿਚਾਰ ਸ਼ੁਭ ਹੋ ਜਾਂਦੇ ਨੇ, ਚੰਗਿਆਂ ਦਾ ਮੇਲਾ, ਚੰਗਿਆਂ ਦਾ ਮਿਲਾਪ ਕਰਨ ਵਾਸਤੇ ਮਨ ਤਤਪਰ ਰਹਿੰਦਾ ਹੈ। ਪਰ ਜੇਕਰ ਸੰਗਤ ਬੁਰੀ ਹੋ ਜਾਏ ਤੇ ਬੁਰੀ ਸੰਗਤ ਦੇ ਵਿਚਾਰਾਂ ਨਾਲ ਵਿਚਾਰ ਵੀ ਬੁਰੇ ਹੋ ਜਾਂਦੇ ਨੇ। ਤੇ ਜਿਸ ਮਨੁੱਖ ਦੇ ਵਿਚਾਰ ਬੁਰੇ ਨੇ, ਵਿਦਵਾਨ ਇਹ ਬਾਤ ਕਹਿੰਦੇ ਨੇ ਵੀ ਜੈਸੇ ਵਿਚਾਰ ਤੈਸਾ ਸੰਸਾਰ। ਤੇ ਜਿਸ ਮਨੁੱਖ ਦੇ ਵਿਚਾਰ ਬੁਰੇ ਹੋ ਗਏ, ਉਹਨੂੰ ਫਿਰ ਹਰ ਇੱਕ ਜਗ੍ਹਾ ਬੁਰਾਈ ਹੀ ਦਿਖਾਈ ਦਿੰਦੀ ਹੈ, ਚੰਗਿਆਈ ਨਹੀਂ। ਚੰਗਿਆਈ ਭਾਵੇਂ ਲੱਖ ਹੋਵੇ, ਪਰ ਉਹ ਚੰਗਿਆਈ ਉਹਦੇ ਮਨ ਨੂੰ ਨਹੀਂ ਪਾਉਂਦੀ। ਕਿਉਂ? ਕਿਉਂਕਿ ਮਨ ਨੇ ਸੰਗਤ ਕੀਤੀ ਹੈ ਬੁਰੀ, ਤੇ ਬੁਰੀ ਸੰਗਤ ਦਾ ਰੰਗ ਚੜਿਆ। ਪਰ ਸਤਿਗੁਰੂ ਕਹਿੰਦੇ ਨੇ ਭਾਗ ਹੋਆ ਗੁਰ ਸੰਤ ਮਿਲਾਇਆ, ਬਿਨ ਭਾਗਾਂ ਸਤ ਸੰਗ ਨਾ ਲੱਭੈ। ਹੁਣ ਸਤ ਸੰਗਤ ਕੀਤੀ ਕਿਸੇ ਸਤਿਪੁਰਸ਼ ਦੀ, ਤੇ ਸੰਗਤ ਦੇ ਪ੍ਰਭਾਵ ਸਦਕਾ ਪ੍ਰਮਾਤਮਾ ਦੀ ਯਾਦ, ਪ੍ਰਮਾਤਮਾ ਦਾ ਚੇਤਾ, ਪ੍ਰਮਾਤਮਾ ਦਾ ਸਿਮਰਨ ਕਰਨ ਵਾਸਤੇ ਮਨ ਦੇ ਅੰਦਰ ਖਿਆਲ ਬਣ ਗਿਆ। ਹੁਣ ਰੋਜ਼-ਰੋਜ਼ ਸਤ ਸੰਗਤ ਕਰਦਾ ਹੈ ਤੇ ਮਨ ਦਾ ਖਿਆਲ ਪ੍ਰਬਲ ਹੁੰਦਾ ਜਾਂਦਾ ਹੈ, ਮਜ਼ਬੂਤ ਹੁੰਦਾ ਜਾਂਦਾ ਹੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਹਉ ਰਹਿ ਨਾ ਸਕੂੰ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਚੱਲੇ ਜੀਉ। ਕਿਉਂਕਿ ਸਤ ਸੰਗਤ ਚ ਆਇਆ, ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਯਾਦ ਤਾਜ਼ਾ ਹੁੰਦੀ ਹੈ। ਤੇ ਮੈਂ ਅਕਸਰ ਹੀ ਬੇਨਤੀ ਕਰਦਾ ਉਹਨਾਂ, ਰਿਸ਼ਤੇ ਯਾਦ ਤੇ ਖੜੇ ਨੇ, ਦੁਨਿਆਵੀ ਰਿਸ਼ਤੇ ਯਾਦ ਤੇ ਖੜੇ ਨੇ। ਅਸੀਂ ਉਲਾਮੇ ਦੇ ਦਿੰਦੇ ਹਾਂ, ਤੁਸੀਂ ਸਾਨੂੰ ਯਾਦ ਹੀ ਨਹੀਂ ਕੀਤਾ। ਜਾਂ ਲੰਬੇ ਸਮੇਂ ਬਾਅਦ ਕੋਈ ਯਾਦ ਕਰੇ ਤੇ ਅਸੀਂ ਕਹਿ ਦਿੰਦੇ ਹਾਂ, ਪਹਿਲਾਂ ਤੇ ਕਦੇ ਸਾਡੀ ਯਾਦ ਨਹੀਂ ਆਈ, ਹੁਣ ਪਤਾ ਨਹੀਂ ਇੱਕਦਮ ਕਿਵੇਂ ਯਾਦ ਆ ਗਈ। ਇਹਦਾ ਮਤਲਬ ਕੀ ਹੈ? ਕਿ ਰਿਸ਼ਤੇ ਸਿਰਫ ਯਾਦ ਤੇ ਖੜੇ ਨੇ, ਦੁਨਿਆਵੀ ਰਿਸ਼ਤਿਆਂ ਦੀ ਬਾਤ ਨਹੀਂ। ਪ੍ਰਮਾਤਮਾ ਦੇ ਨਾਲ ਜਿਹੜਾ ਰਿਸ਼ਤਾ ਹੈ ਉਹ ਵੀ ਯਾਦ ਦਾ ਹੀ ਹੈ। ਸਤਿਗੁਰੂ ਕਹਿੰਦੇ ਨੇ, ਤਸਬੀਹ ਯਾਦ ਕਰੋ ਦਸ ਮਰਦਨ। ਕਹਿੰਦੇ ਕਿ ਪ੍ਰਮਾਤਮਾ ਨੂੰ ਚੇਤੇ ਕਰੋ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਸੰਤ, ਇੱਥੇ ਮੈਂ ਬੇਨਤੀ ਕਰਾਂ, ਸੰਤ ਕਿਸੇ ਪਹਿਰਾਵੇ ਦਾ ਨਾਮ ਨਹੀਂ ਹੈ। ਸੰਤ ਕਿਸੇ ਚੋਲੇ ਦਾ ਜਾਂ ਕਿਸੇ ਰੰਗ ਦਾ ਨਾਮ ਨਹੀਂ ਹੈ। ਸੰਤ ਕਿਸੇ ਭੇਖ ਤੇ ਕਿਸੇ ਇਲਾਕੇ ਦਾ ਮੁਹਤਾਜ ਨਹੀਂ ਹੈ। ਸੰਤ ਕਿਸੇ ਰੂਪ ਵਿੱਚ ਵੀ ਹੋ ਸਕਦਾ ਹੈ। ਚਾਣਕਿਆ ਨੇ ਇੱਕ ਬਾਤ ਕਹੀ ਹੈ, ਉਹ ਕਹਿੰਦੇ ਕਾਰਨ ਬੇਸ ਨਾ ਸੰਤ ਕਾ, पंथ नहीं पहचान, रमा रहे सदा हरि में, वही संत जन जान। कारण बेस न संत का, ना कोई पेश, ना कोई इलाका, ना कोई बोली, ना कोई खाना, संत दी पहचान नहीं है। पावन बाणी जो असीं सुखमनी साहब पढ़ते ना, भाई साहब हुणे शब्द पढ़ रहे थे, तो दो शब्द सानू सुनने नूं बड़ा मिलते हैं कि साध की महिमा वेद न जाने, जेता सुने तेता बख्याने, साध की उपमा रही भरपूर। ते एक शब्द आउंदा है संत। असल दे विच इन्हां दे विच बड़ा अंतर है।
ਸਾਧ ਤੇ ਸੰਤ ਦੇ ਵਿੱਚ। ਸਾਧ ਹੈ ਉਹ ਜੋ ਹਜੇ ਸਾਧਨਾ ਕਰ ਰਿਹਾ, ਮਨ ਨੂੰ ਸਾਧ ਰਿਹਾ। ਸਾਧ ਹੋਣਾ ਕੀ ਹੈ? ਮਨ ਨੂੰ ਸਾਧਣਾ। ਸਾਧੂ ਦਇਆ ਸਿੰਘ ਆਰਿਫ ਕਹਿੰਦੇ ਨੇ, ਕਹਿੰਦੇ ਮਨ ਨੂੰ ਸਾਧਨਾ ਹੀ ਸਾਧੂ ਹੋ ਜਾਣਾ। ਹਰ ਕੋਈ ਆਖਦਾ ਸਾਧ ਹੋ ਜਾਵਣੇ ਨੂੰ, ਹਰ ਕੀ ਕਹਿੰਦਾ। ਅਸੀਂ ਆਮ ਵੀ ਭੋਲੇ ਇਨਸਾਨ ਨੂੰ ਕਹਿ ਦਿੰਦੇ ਇਹ ਤਾਂ ਜੀ ਸਾਧੂ ਹੈ। ਸਾਧੂ ਹੋ ਜਾਣਾ ਬੜਾ ਮੁਸ਼ਕਲ ਹੈ, ਕਿਉਂਕਿ ਮਨ ਨੂੰ ਸਾਧਨਾ ਪੈਂਦਾ ਹੈ। ਸਾਦਗੀ ਸਾਧਨੀ ਬਹੁਤ ਔਖੀ, ਤੇ ਹਰ ਕੋਈ ਆਖਦਾ ਸਾਧ ਹੋ ਜਾਵਣੇ ਨੂੰ। ਤੇ ਸਤਿਗੁਰੂ ਕਹਿੰਦੇ ਨੇ ਮੰਮਾ ਮਨ ਸਿਉ ਕਾਜ ਹੈ, ਤੇ ਮਨ ਸਾਧੇ ਸਿੱਧ ਹੋਏ। ਮਨ ਹੀ ਮਨਸਾ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਈ। ਮੈਂ ਅਕਸਰ ਹੀ ਵੇਖਦਾ ਕਈ ਘਰਾਂ ਦੇ ਵਿੱਚ ਮਹਾਂਪੁਰਖਾਂ ਦੀਆਂ ਤਸਵੀਰਾਂ ਲੱਗੀਆਂ ਹੁੰਦੀਆਂ। ਪੁੱਛਦੇ ਆ ਇਹ ਕੌਣ ਹੈ? ਉਹ ਕਹਿੰਦੇ ਨੇ ਜੀ ਫਲਾਣੀ ਜਗ੍ਹਾ ਵਾਲੇ ਸਾਧੂ ਨੇ, ਇਹ ਬੜੀ ਬੰਦਗੀ ਵਾਲੀ ਰੂਹ ਸੀ, ਸਾਰੀ ਜ਼ਿੰਦਗੀ ਇਹਨਾਂ ਨੇ ਬੰਦਗੀ ਕੀਤੀ। ਭਾਵ ਕੀ ਹੈ ਕਿ ਸਾਰੀ ਜ਼ਿੰਦਗੀ ਉਹਨਾਂ ਨੇ ਸਾਧਨਾ ਕੀਤੀ। ਕਿਸ ਚੀਜ਼ ਦੀ? ਮਨ ਨੂੰ ਸਾਧਨ ਦੀ। ਮਨ ਸਾਧੇ ਸਿੱਧ ਹੋਏ। ਹੁਣ ਉਹਨਾਂ ਨੇ ਮਨ ਨੂੰ ਸਾਧਿਆ ਤੇ ਲੋਕ ਕੀ ਕਹਿਣ ਲੱਗ ਪਏ? ਇਹ ਜੀ ਸਿੱਧ ਬਾਬੇ ਨੇ ਜੀ, ਇਹ ਸਿੱਧ ਪੁਰਸ਼ ਨੇ ਜੀ, ਇਹਨਾਂ ਦਾ ਵਾਕ ਸਿੱਧ ਹੈ ਜੀ, ਇਹ ਜੋ ਬੋਲਦੇ ਆ ਹੋ ਜਾਂਦਾ ਹੈ। ਕਿਉਂ? ਕਿਉਂਕਿ ਉਹਨਾਂ ਨੇ ਮਨ ਨੂੰ ਸਾਧਿਆ। ਮਨ ਨੂੰ ਸਾਧਿਆ ਤੇ ਮਨ ਨੂੰ ਸਾਧਨਾ ਇਹ ਸਾਧੂ ਦੀ ਮੁੱਖ ਕਿਰਿਆ ਹੈ। ਸਾਧੂ ਆਪਣੇ ਆਪ ਨੂੰ ਸਾਧਦਾ ਹੈ, ਕਿਸੇ ਨੂੰ ਨਹੀਂ। ਤੇ ਜੇਕਰ ਕੋਈ ਆਪਣੇ ਆਪ ਨੂੰ ਸਾਧਨਾ ਸ਼ੁਰੂ ਕਰ ਦਿੰਦਾ ਹੈ, ਉੱਥੋਂ ਹੀ ਸਾਧਨਾ ਸ਼ੁਰੂ ਹੋ ਜਾਂਦੀ ਹੈ। ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਬਹੁ ਗਿਣਤੀ ਦੂਸਰਿਆਂ ਨੂੰ ਸਾਧਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਫਲਾਣਾ ਏਦਾਂ ਹੁੰਦਾ ਜੀ, ਉਹਨੂੰ ਬੈਠਣਾ ਨਹੀਂ ਆਇਆ ਜੀ ਅਜੇ ਤੱਕ, ਉਹਦੀ ਇੰਨੀ ਉਮਰ ਹੋ ਗਈ, ਉਹਨੇ ਅੰਮ੍ਰਿਤ ਨਹੀਂ ਛਕਿਆ, ਉਹ ਉਹਦੇ ਚ ਕੁਰੈਤ ਹੈ ਜੀ, ਉਹ ਪਹਿਲਾਂ ਫਲਾਣੇ ਥਾਂ ਤੇ ਜਾਂਦਾ ਸੀ ਜੀ, ਉਹ ਤਾਂ ਜੀ ਆਹ ਖਾਂਦਾ ਸੀ ਜੀ ਪਹਿਲਾਂ। ਭਾਵ ਕੀ ਹੈ? ਅਸੀਂ ਕਿਸੇ ਨੂੰ ਸਾਧਨ ਦੀ ਗੱਲ ਕਰ ਰਹੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਸਾਧੂ ਹੈ ਉਹ ਆਪਣੇ ਆਪ ਨੂੰ ਸਾਧਦਾ ਹੈ ਤੇ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਸਾਧਦਾ ਹੀ ਰਹਿੰਦਾ ਹੈ। ਉਹ ਹੈ ਸਾਧ ਜਿਹੜਾ ਹਜੇ ਸਾਧਨਾ ਕਰ ਰਿਹਾ ਹੈ। ਦੂਸਰਾ ਸ਼ਬਦ ਸਤਿਗੁਰਾਂ ਨੇ ਵਰਤਿਆ ਸੰਤ। ਸੰਤ ਜਿਨੇ ਸਾਧਨਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਜਿਹੜਾ ਉਹਦਾ ਰੂਪ ਹੋ ਗਿਆ, ਜਿਹੜਾ ਉਹਦੇ ਨਾਲ ਮਿਲ ਗਿਆ। ਸਤਿਗੁਰਾਂ ਨੇ ਪਾਵਨ ਬਾਣੀ ਚ ਪ੍ਰਹਿਲਾਦ ਜੀ ਵਾਸਤੇ ਸੰਤ ਸ਼ਬਦ ਵਰਤਿਆ। ਸੰਤ ਪ੍ਰਹਿਲਾਦ ਕੀ ਪੈਜ ਰਖਾਈ। ਪ੍ਰਹਿਲਾਦ ਜੀ ਵਾਸਤੇ ਸੰਤ ਸ਼ਬਦ ਵਰਤਿਆ ਤੇ ਸਤਿਗੁਰੂ ਕਹਿੰਦੇ ਸੰਤ ਦੇ ਤਿੰਨ ਅਰਥ ਨੇ, ਤਿੰਨ ਗੁਣ ਨੇ। ਸੰਤ ਸ਼ਾਂਤੀ, ਸੰਤ ਨਿਮਰਤਾ, ਸੰਤ ਤਿਆਗ।
ਦੁਬਾਰਾ ਫਿਰ ਅਰਜ਼ ਕਰਾਂ, ਸੰਤ ਸ਼ਾਂਤੀ, ਸੰਤ ਨਿਮਰਤਾ ਤੇ ਸੰਤ ਤਿਆਗ, ਇਹ ਤਿੰਨੋਂ ਗੁਣ, ਤਿੰਨੋਂ ਗੁਣਾਂ ਦੇ ਨਾਲ ਭਰਪੂਰ ਹੁੰਦਾ ਸੰਤ। ਤੇ ਸਤਿਗੁਰੂ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ, ਐਸੇ ਸੰਤਾਂ ਦੀ ਮੈਨੂੰ ਸੰਗਤ ਬਖਸ਼ ਜਿਹੜੇ ਤੇਰੇ ਦਰੋਂ ਘਰੋਂ ਸਾਜੇ ਨਵਾਜੇ ਨੇ, ਜਿਹੜੇ ਤੇਰੇ ਘਰੋਂ ਬਖਸ਼ੇ ਨੇ, ਜਿਨ੍ਹਾਂ ਨੂੰ ਤੇਰੇ ਘਰੋਂ ਪਾਤਸ਼ਾਹੀ ਮਿਲੀ ਹੋਈ ਹੈ, ਤੇਰੀ ਰਹਿਮਤ ਹੈ ਉਹਨਾਂ ਤੇ। ਐਸੇ ਸੰਤਾਂ ਦੀ, ਐਸੇ ਸਾਧੂਆਂ ਦੀ ਮੈਨੂੰ ਸੰਗਤ ਬਖਸ਼ੋ। ਸੰਤ ਉਦਰਣੰ, ਮੈਨੂੰ ਸੰਤਾਂ ਦੀ ਸੰਗਤ ਬਖਸ਼ੋ ਜਿਹਦੇ ਕਰਕੇ ਮੇਰਾ ਉਧਾਰ ਹੋ ਜਾਵੇ। ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਹੇ ਨਿਰੰਕਾਰ, ਮੈਨੂੰ ਐਸੇ ਸੰਤਾਂ ਦੀ ਸੰਗਤ ਬਖਸ਼ ਜਿਨ੍ਹਾਂ ਦੀ ਸੰਗਤ ਕਰਕੇ ਮੈਂ ਆਪਣਾ ਜੀਵਨ ਸਫਲ ਕਰ ਲਵਾਂ, ਤੇ ਉਹਨਾਂ ਦੀ ਸੰਗਤ ਦੇ ਨਾਲ ਸੰਸਾਰ ਦੇ ਵਿੱਚ ਜਿਹੜੀ ਫੈਲੀ ਹੋਈ ਸਾਰੀ ਮਾਇਆ ਦਾ ਪਸਾਰਾ ਹੈ, ਮੈਂ ਇਸ ਪਸਾਰੇ ਤੋਂ ਮੈਂ ਬਚ ਜਾਵਾਂ। ਇਸ ਪਸਾਰੇ ਦੀ ਤਪਸ਼ ਤੋਂ ਤੁਸੀਂ ਮੈਨੂੰ ਮੁਕਤੀ ਦਿਵਾਓ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ। ਨਿਰਮਲ ਮਲ ਤੋਂ ਰਹਿਤ, ਵਿਕਾਰਾਂ ਦੀ ਮੈਲ ਤੋਂ ਰਹਿਤ, ਜਿਨ੍ਹਾਂ ਦੀ ਜੀਵਨ ਜਾਚ ਹੈ। ਨਿਰਮਲੰ ਸੰਤ ਸੰਗੇਣ, ਐਸੇ ਸੰਤਾਂ ਦੀ ਮੈਨੂੰ ਸੰਗਤ ਬਖਸ਼ ਜਿਨ੍ਹਾਂ ਦੀ ਸੰਗਤ ਕੀਤਿਆਂ ਮੈਂ ਪਵਿੱਤਰ ਹੋ ਜਾਵਾਂ। ਐਸੇ ਗੁਰਮੁਖਾਂ ਦੀ ਸੰਗਤ ਬਖਸ਼ਿਸ਼ ਕਰੋ। ਤੇ ਸਤਿਗੁਰੂ ਕਹਿੰਦੇ ਭਾਵੇਂ ਚੰਦਨ ਬੜਾ ਠੰਡਾ ਹੁੰਦਾ ਹੈ, ਭਾਵੇਂ ਸਰਦੀ ਦੀ ਰੁੱਤ ਵਿੱਚ ਬੜੀ ਠੰਡ ਹੁੰਦੀ ਹੈ, ਭਾਵੇਂ ਚੰਦ ਨਾ ਸਰਦ ਰੁੱਤ, ਪਰ ਮੂਲ ਨਾ ਮਿਟੇ ਕਾਮ। ਅੰਦਰ ਦੀ ਤਪਸ਼ ਕਦੀ ਸਮਾਪਤ ਨਹੀਂ ਹੁੰਦੀ, ਪਰ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹੇ ਅਕਾਲ ਪੁਰਖ ਵਾਹਿਗੁਰੂ, ਮੈਨੂੰ ਸੰਤਾਂ ਦੀ ਸੰਗਤ ਬਖਸ਼ ਜਿਸ ਸੰਗਤ ਦੇ ਕਰਕੇ ਜੋ ਠੰਡਕ ਚੰਦਨ ਦੇ ਵਿੱਚ ਤੇ ਸਰਦ ਰੁੱਤ ਦੇ ਵਿੱਚ ਨਹੀਂ ਹੈ, ਜੋ ਚੰਦ ਦੀ ਚਾਂਦਨੀ ਦੇ ਵਿੱਚ ਠੰਡਕ ਨਹੀਂ ਹੈ, ਉਹ ਪ੍ਰਮਾਤਮਾ ਦੇ ਨਾਮ ਵਿੱਚ ਹੈ। ਤੇ ਪ੍ਰਮਾਤਮਾ ਦਾ ਨਾਮ ਸੰਤ ਜਪਦੇ ਨੇ, ਸਾਧੂ ਜਪਦੇ ਨੇ, ਮੈਨੂੰ ਉਹਨਾਂ ਦੀ ਸੰਗਤ ਬਖਸ਼ੋ। ਚੰਦਨ ਚੰਦ ਨਾ ਸਰਦ ਰੁੱਤ, ਤੇ ਮੂਲ ਨਾ ਮਿਟੇ ਕਾਮ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹੇ ਨਿਰੰਕਾਰ, ਤੁਸੀਂ ਮੈਨੂੰ ਸੰਗਤ ਬਖਸ਼ੋ ਸੰਤਾਂ ਦੀ ਜੋ ਤੁਹਾਡਾ ਨਾਮ ਜਪਦੇ ਹੋਣ, ਤੇ ਜਿਹੜੀ ਠੰਡਕ ਪਰਮਾਤਮਾ ਦੇ ਨਾਮ ਵਿੱਚ ਹੈ, ਉਹ ਠੰਡਕ ਕਿਤੇ ਵੀ ਨਹੀਂ ਹੈ। ਕਿਉਂਕਿ ਪਰਮਾਤਮਾ ਦਾ ਨਾਮ ਮਨੁੱਖ ਦੇ ਮਨ ਨੂੰ ਠੰਡ ਦਿੰਦਾ ਹੈ, ਮਨ ਨੂੰ ਟਿਕਾ ਬਖਸ਼ਦਾ ਹੈ, ਮਨ ਦੀ ਤਪਸ਼ ਨੂੰ ਖਤਮ ਕਰਦਾ ਹੈ। ਪਰਮਾਤਮਾ ਦਾ ਨਾਮ